बिस्मिल्लाहिर्रहमानिर्रहीम। मेरे भैनों ते भराओ, बजुर्गो ते जवानों, मेरी तरफों सारिਆਂ ਨੂੰ ਜੀ ਆਇਆਂ ਨੂੰ ਤੇ अस्सलाम वालेकुम रहमतुल्लाहि व बरकातहू। ਦੁਨੀਆ ਵਿੱਚ ਇੱਕ ਬਿਮਾਰੀ ਸੀ ਜਿਹਦਾ ਨਾਂ ਸੀ ਚੇਚਕ। ਉਸ ਨੂੰ ਅੰਗਰੇਜ਼ੀ ਵਿੱਚ ਸਮਾਲ ਪਾਕਸ ਕਹਿੰਦੇ ਨੇ। ਉਹ ਅੱਜ ਕੱਲ੍ਹ ਦੁਨੀਆ ਤੋਂ ਮੁਕੰਮਲ ਤੌਰ 'ਤੇ ਖ਼ਤਮ ਹੋ ਚੁੱਕੀ ਹੈ ਬਿਮਾਰੀ। ਲੇਕਿਨ ਮੇਰੇ ਬਚਪਨ ਦੇ ਜ਼ਮਾਨੇ ਵਿੱਚ ਹਾਲੇ ਤੱਕ ਬਾਅਦ ਲੋਕਾਂ ਨੂੰ ਚੇਚਕ ਦੀ ਬਿਮਾਰੀ ਲੱਗ ਜਾਂਦੀ ਸੀ ਔਰ ਉਹਨਾਂ ਦੀ ਸ਼ਕਲ ਹੀ ਬੜੀ ਭੈੜੀ ਹੋ ਜਾਂਦੀ ਸੀ। ਉਹਨਾਂ ਕੋਲੋਂ ਦੇਖ ਕੇ ਆਵਾਜ਼ਾਂ ਨੂੰ ਦੇਖ ਕੇ ਤਾਂ ਡਰ ਲੱਗਦਾ ਸੀ ਕਿ ਕਿਸ ਤਰ੍ਹਾਂ ਦੀ ਸ਼ਕਲ ਬਣ ਗਈ ਦੀ ਹੈ। ਅਤੇ ਉਹਦੀ ਵੈਕਸੀਨ ਤਾਂ ਨਿਕਲ ਆਈ ਸੀ ਉਸ ਵੇਲੇ ਤੱਕ, ਲੇਕਿਨ ਸਾਰੀ ਦੁਨੀਆ ਨੂੰ ਹਾਲੇ ਨਹੀਂ ਸੀ ਲੱਗੀ ਦੀ, ਉਹਦਾ ਟੀਕਾ ਨਹੀਂ ਸੀ ਲੱਗਾ ਦਾ। ਲੇਕਿਨ 1980 ਤੋਂ ਬਾਅਦ ਇਹ ਪਤਾ ਲੱਗਾ ਕਿ ਚੇਚਕ ਦੀ ਬਿਮਾਰੀ ਜਿਹੜੀ ਹੈ ਮੁਕੰਮਲ ਤੌਰ 'ਤੇ ਖ਼ਤਮ ਹੋ ਚੁੱਕੀ ਹੈ। ਉਹਦੀ ਵਜ੍ਹਾ ਇਹ ਸੀ ਕਿ ਬਿਮਾਰੀ ਕਿਉਂ ਖ਼ਤਮ ਹੋਈ। ਹੋਰ ਤਾਂ ਬੜੀਆਂ ਬਿਮਾਰੀਆਂ ਨੇ, ਜਿਸ ਤਰ੍ਹਾਂ ਮਲੇਰੀਆ ਹੈ, ਉਹ ਤਾਂ ਖ਼ਤਮ ਨਹੀਂ ਹੋਇਆ, ਬੜੀ ਕੋਸ਼ਿਸ਼ ਕਰ ਰਹੇ ਨੇ ਦੁਨੀਆ 'ਚ। ਲੇਕਿਨ ਚੇਚਕ ਖ਼ਤਮ ਹੋ ਗਈ। ਉਹਦੀ ਵਜ੍ਹਾ ਇਹ ਸੀ ਕਿ ਉਹ ਹਮਲਾ ਤਾਂ ਕਰਦੇ ਸਨ, ਲੇਕਿਨ ਅਗਰ ਜਵਾਬੀ ਹਮਲਾ ਹੋਵੇ ਤਾਂ ਉਹਨਾਂ ਦੇ ਕੋਲ ਜਿਹੜਾ ਨਾ ਬਚਣ ਦਾ ਕੋਈ ਸਮਾਨ ਨਹੀਂ ਸੀ। ਉਹ ਬਸ ਮਾਰੀ ਜਾਂਦੇ ਸਨ ਜਾਂ ਆਪੂ ਮਰ ਜਾਂਦੇ ਸਨ। ਅਤੇ ਜਿਹੜੀ ਵੈਕਸੀਨ ਨਿਕਲੀ ਉਹਨਾਂ ਨੇ ਫਿਰ ਸਾਰਿਆਂ ਨੂੰ ਮਾਰ ਛੱਡਿਆ। ਅਤੇ 1980 ਤੋਂ ਬਾਅਦ ਜਿਹੜੀ ਹੈ ਹੁਣ ਕਿਧਰੇ ਵੀ ਕੋਈ ਕੇਸ ਨਹੀਂ ਹੋਇਆ ਚੇਚਕ ਦਾ। ਇਹ ਮੈਂ ਗੱਲ ਇਸ ਵਾਸਤੇ ਦੱਸੀ ਹੈ ਕਿ ਜਿਹੜੀ ਹਮਾਸ ਬਣੀ ਦੀ ਹੈ, ਜਿਹੜੀ ਜ਼ਿਆਦਾਤਰ ਜਿਹੜੀ ਸੀ ਉਹ ਗਜ਼ਾ ਦੀ ਪੱਟੀ ਵਿੱਚ ਸੀ, ਅਤੇ ਉਹ ਜਿਹੜੀ ਹੈ ਉਸ ਨੂੰ ਈਰਾਨ ਮਦਦ ਕਰ ਰਿਹਾ ਸੀ। ਲੇਕਿਨ ਜਿੱਥੇ ਤੱਕ ਹੋਰ ਗੱਲਾਂ ਨੇ, ਜੋ ਕੁਝ ਹੋਰ ਅਸੀਂ ਪੜ੍ਹਿਆ ਜਾਂ ਸੁਣਿਆ ਜਾਂ ਦੇਖਿਆ, ਉਹਦਾ ਪਰ ਇਸ ਤੋਂ ਤਾਂ ਇਹੀ ਪਤਾ ਚੱਲਦਾ ਕਿ ਉਹਦੇ ਪਿੱਛੇ ਇਸਰਾਈਲ ਵੀ ਉਹਦੀ ਮਦਦ ਕਰ ਰਿਹਾ ਸੀ ਔਰ ਫਾਈਨੈਂਸ਼ੀਅਲ ਮਦਦ ਵੀ ਹੋ ਰਹੀ ਸੀ। ਔਰ ਗਜ਼ਾ ਦੇ ਜਿਹੜੇ ਇਸਮਾਈਲ ਹਾਨੀ ਵਗੈਰਾ ਸਨ, ਉਹ ਤਾਂ ਬੜੇ ਵੱਡੇ ਅਮੀਰ ਬਣ ਗਏ ਸਨ। ਉਹਨਾਂ ਦੀਆਂ ਤਾਂ ਜਿਹੜਾ ਈਜਿਪਟ ਹੈ ਉਹਦੇ ਵਿੱਚ ਬੇਸ਼ੁਮਾਰ ਪ੍ਰਾਪਰਟੀਆਂ ਸਨ। ਇਹ ਗੱਲਾਂ ਨੇ ਬਿਹਤਰ ਅੱਲਾਹ ਤਾਲਾ ਬਿਹਤਰ ਜਾਣਦਾ ਹੈ, ਲੇਕਿਨ ਲੱਭਦਾ ਇਹੋ ਹੀ ਹੈ ਕਿ ਇਹਨਾਂ ਦੀ ਜਿਹੜੀ ਹੈ ਬੜੀ ਤਾਕਤ ਹੋ ਗਈ ਦੀ ਸੀ। ਇਹ ਆਪੂ ਗਜ਼ਾ ਵੱਟੀ ਤੇ ਜੇ ਗਜ਼ਾ ਦੀ ਪੱਟੀ ਜਿਹੜੀ ਉਹਦੇ 'ਚ ਤਾਂ ਰਹਿੰਦੇ ਨਹੀਂ ਸਨ, ਜ਼ਿਆਦਾਤਰ ਤਾਂ ਇਹ ਕਤਰ ਵਿੱਚ ਰਹਿੰਦੇ ਸਨ। ਉੱਥੇ ਹੀ ਖਾਂਦੇ ਪੀਂਦੇ ਸਨ ਅਤੇ ਉੱਥੇ ਹੀ ਅਯਾਸ਼ੀਆਂ ਕਰਦੇ ਸਨ ਅਤੇ ਬੜੀ ਐਸ਼ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ। ਔਰ ਨਾ ਇਹ ਸੀ ਕਿ ਅਸੀਂ ਜਿਹੜੇ ਆ ਨਾ ਇਸਰਾਈਲ ਤੋਂ ਆਜ਼ਾਦੀ ਹਾਸਲ ਕਰਨਾ ਚਾਹੁੰਦੇ ਹਾਂ। ਅਤੇ ਜਿਸ ਤੱਕ ਇਸਰਾਈਲ ਦਾ ਤਾਲੁਕ ਹੈ, ਉਹ ਤਾਂ ਚੁੱਪ ਕਰਕੇ ਇਹਨੂੰ ਤੱਕਦੇ ਰਹਿੰਦੇ ਸਨ। ਇਸ ਵਾਸਤੇ ਬਣਾਇਆ ਦਾ ਸੀ ਇਹਨਾਂ ਨੂੰ ਕਿ ਇਹ ਜਿਸਲੇ ਕੋਈ ਗੱਲ ਕਰਨਗੇ, ਇਹ ਸਾਡੇ ਖਿਲਾਫ ਜਿਹੜਾ ਨਾ ਅਟੈਕ ਕਰਨਗੇ ਅਤੇ ਅਸੀਂ ਇਹਨਾਂ ਨੂੰ ਜਿਹੜਾ ਬਿਲਕੁਲ ਖ਼ਤਮ ਕਰਕੇ ਰੱਖ ਦਿਆਂਗੇ। ਅਤੇ ਇਹ ਜਿਹੜੇ ਨੇ ਇਹ ਛੋਟੀ ਮੋਟੀ ਜਿਹੜੀ ਹੈ ਉਹ ਠੂ ਠਾਹ ਕਰਦੇ ਹੀ ਰਹਿੰਦੇ ਸਨ ਅਤੇ ਇਸਰਾਈਲ ਵੀ ਜਿਹੜਾ ਉਹਦਾ ਜਵਾਬ ਦਿੰਦਾ ਰਹਿੰਦਾ ਸੀ। ਲੇਕਿਨ 7 ਅਕਤੂਬਰ 2023 ਵਿੱਚ ਇਹਨਾਂ ਨੇ ਰਾਕਟਾਂ ਨਾਲ ਜਿਹੜਾ ਨਾ ਇਸਰਾਈਲ 'ਤੇ ਹਮਲਾ ਕਰਤਾ। ਇਸਰਾਈਲ ਨੇ ਇਹਨਾਂ ਨੂੰ ਬੜਾ ਤੰਗ ਕੀਤਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਇਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਜਿਹੜਾ ਅਸੀਂ ਇਸਰਾਈਲ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ 1000-1200 ਆਦਮੀ ਮਾਰ ਛੱਡੇ ਨੇ, ਇਹ ਤਾਂ ਅਸੀਂ ਅਮਰੀਕਾ 'ਤੇ ਹਮਲਾ ਕੀਤਾ। ਔਰ ਇਸਰਾਈਲ ਜਿਹੜਾ ਹੈ ਉਹ ਤਾਂ ਅਮਰੀਕਾ ਤੋਂ ਬਗੈਰ ਹੀ ਕਦਮ ਵੀ ਨਹੀਂ ਚੁੱਕ ਸਕਦਾ। ਅਤੇ ਇਸ ਵਾਸਤੇ ਇਹ ਜਿਹੜਾ ਹਮਲਾ ਹੈ ਜਿਹੜਾ ਉਹਨਾਂ ਨੇ ਕੀਤਾ, ਇਹ ਅਸਲ ਵਿੱਚ ਅਮਰੀਕਾ 'ਤੇ ਹੀ ਸੀ। ਔਰ ਫਿਰ ਜੋ ਕੁਛ ਉਹਨਾਂ ਨੇ ਇਹਨਾਂ ਨਾਲ ਸ਼ਰ ਕੀਤਾ ਹੈ, ਇੰਨਾ ਜ਼ਬਰਦਸਤ ਔਰ ਇੰਨਾ ਭੈੜਾ ਇਹਦੇ ਨਾਲ ਸਲੂਕ ਕੀਤਾ ਹੈ ਕਿ 70,000 ਆਦਮੀ ਮਰਵਾ ਛੱਡੇ ਨੇ। ਆਪਣੇ 70,000 ਵਿੱਚ ਜ਼ਿਆਦਾ ਬੱਚੇ ਅਤੇ ਔਰਤਾਂ ਨੇ।
ਔਰ ਜਿਹੜਾ ਨਾ ਪੂਰਾ ਗਜ਼ਾ ਹੀ ਜਿਹੜਾ ਨਾ ਉਹ ਇੱਕ ਖੰਡਰ ਬਣਾ ਕੇ ਰੱਖ ਛੱਡਿਆ। ਹੁਣ ਤੇ ਮੇਰੇ ਖਿਆਲ ਹੈ ਲੱਖਾਂ ਆਦਮੀ ਜਿਹੜੇ ਉਹਦੇ 'ਚ ਰਹਿੰਦੇ ਸਨ ਨਾ, ਉਹ ਤਕਰੀਬਨ ਸਾਰੇ ਦੇ ਸਾਰੇ ਬੇਘਰ ਹੋ ਗਏ ਨੇ। ਹਾਲਾਂਕਿ ਜਿਹੜਾ ਨਾ ਉਹਨਾਂ ਨੂੰ ਇਹ ਮੈਂ ਜਿਸ ਤਰ੍ਹਾਂ ਦੱਸ ਚੁੱਕਿਆ ਕਿ ਇਹ ਤਾਂ ਹਮਲਾ ਜਿਹੜਾ ਹੈ ਇਹ ਸੁਸਾਈਡ ਸੀ। ਅਤੇ ਇਹਨਾਂ ਨੇ ਇਹ ਨਹੀਂ ਸਮਝਿਆ ਕਿ ਜਿਹੜਾ ਇਸਰਾਈਲ 'ਤੇ ਹਮਲਾ ਕਰਨਾ ਹੈ ਉਹ ਤਾਂ ਅਮਰੀਕਾ 'ਤੇ ਹਮਲਾ ਕਰਨੇ ਦੇ ਬਰਾਬਰ ਹੈ। ਅਤੇ ਹੁਣ ਜਿਹੜਾ ਹੈ ਉਹਨਾਂ ਨੇ ਜਿਹੜਾ ਜਿਸਲੇ ਉਹਨਾਂ ਨੇ ਵਾਪਸੀ ਹਮਲਾ ਕੀਤਾ, ਜਵਾਬ ਦਿੱਤਾ, ਇਹਨਾਂ ਕੋਲ ਕੋਈ ਡਿਫੈਂਸ ਨਹੀਂ ਸੀ। ਔਰ ਬਿਲਕੁਲ ਜਿਹੜਾ ਨਾ ਜਿੱਥੇ ਛੱਪਣ ਦੀ ਜਗ੍ਹਾ ਸੀ ਉਹ ਤਾਂ ਪਹਿਲੇ ਹੀ ਇਸਰਾਈਲ ਦੇ ਕਬਜ਼ੇ 'ਚ ਆ ਗਈ ਸੀ। ਮਸਲਨ ਜਿਹੜਾ ਗਜ਼ਾ ਦੇ ਵਿੱਚੋਂ ਜਿਹੜੀ ਉਹਨਾਂ ਨੇ ਸੁਰੰਗਾਂ ਬਣਾਈ ਦੀਆਂ ਸਨ, ਜਿਹੜੀਆਂ ਜਿਹੜਾ ਇਜਿਪਟ ਵਿੱਚ ਚਲੇ ਜਾਂਦੀਆਂ ਸਨ, ਮਿਸਰ ਵਿੱਚ ਚਲੇ ਜਾਂਦੀਆਂ ਸਨ, ਉਹਨਾਂ ਦਾ ਪਤਾ ਲੱਗ ਗਿਆ ਤਾਂ ਸੀ। ਉਹਨਾਂ ਨੇ 40 ਫੁੱਟ ਦੀਵਾਰ ਖੜੀ ਕਰਕੇ ਉਹ ਖਤਮ ਹੀ ਕਰ ਛੱਡੀਆਂ। ਉੱਥੋਂ ਨੱਸ ਕੇ ਹੁਣ ਮਿਸਰ ਵਿੱਚ ਵੀ ਨਹੀਂ ਸਨ ਜਾ ਸਕਦੇ। ਬੰਪਰ ਬਣਾਏ ਦੇ ਸਨ ਜਿਹੜੇ ਉਹਨਾਂ ਨੇ ਬਣਾਏ ਦੇ ਸਨ, ਜਿਨ੍ਹਾਂ ਵਿੱਚੋਂ ਆਪੂ ਛੁਪ ਜਾਂਦੇ ਸਨ। ਉਹਨਾਂ ਸਾਰਿਆਂ ਦਾ ਇਸਰਾਈਲ ਨੂੰ ਪਹਿਲੇ ਹੀ ਪਤਾ ਸੀ ਅਤੇ ਇਹਨਾਂ ਨੇ ਆਪਣਾ ਡਿਫੈਂਸ ਕੋਈ ਵੀ ਨਹੀਂ ਕੀਤਾ। ਹਾਲਾਂਕਿ ਮੁਸਲਮਾਨ ਜਿਹੜੇ ਨੇ ਬਹੁਤ ਸਾਰੇ ਇਹਨਾਂ ਨੂੰ ਕਹਿੰਦੇ ਰਹੇ ਨੇ, ਜਿਸ ਤਰ੍ਹਾਂ ਗਾਂਧੀ ਸਾਹਿਬ ਨੇ, ਕਿ ਇਹ ਹਮਲਾ ਜਿਹੜਾ ਹੈ ਤੁਸੀਂ ਜਿਹੜਾ ਸੁਸਾਈਡ ਕੀਤਾ ਹੈ। ਔਰ ਜਿਸ ਤਰ੍ਹਾਂ ਜਿਸ ਵੇਲੇ ਜਿਹੜਾ ਸਾਡਾ ਫਲਸਤੀਨ ਹੈ, ਇਹ ਜਿਸ ਵੇਲੇ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੁ ਦੇ ਜ਼ਮਾਨੇ 'ਚ ਕਬਜ਼ਾ ਹੋਇਆ ਅਤੇ ਉਸ ਵੇਲੇ ਈਸਾਈ ਉਸ ਵੇਲੇ ਬਹੁਤ ਜ਼ਿਆਦਾ ਰਹਿੰਦੇ ਸਨ ਫਲਸਤੀਨ ਵਿੱਚ। ਅਤੇ ਉਹਨਾਂ ਈਸਾਈਆਂ ਨੇ ਹਮਲਾ ਕਰਕੇ ਅਤੇ ਮੁਸਲਮਾਨਾਂ ਨੂੰ ਜਿਹੜਾ ਨਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਮੁਸਲਮਾਨਾਂ ਨੇ ਅੱਗੋਂ ਇੰਨਾ ਜ਼ਿਆਦਾ ਉਹਨਾਂ 'ਤੇ ਕੀਤਾ, ਉਹਨਾਂ ਨੇ ਉਹਨਾਂ ਨੂੰ ਜਿਹੜਾ ਮਾਰਿਆ ਈਸਾਈਆਂ ਨੂੰ, ਕਿ ਈਸਾਈ ਇਹ ਸਮਝ ਗਏ ਕਿ ਅਸੀਂ ਮੁਸਲਮਾਨਾਂ ਦਾ ਮੁਕਾਬਲਾ ਨਹੀਂ ਕਰ ਸਕੇ। ਉਹ ਉਹਨਾਂ ਨੇ ਮੁਸਲਮਾਨਾਂ ਦੇ ਅੱਗੇ ਸਰੈਂਡਰ ਹੋ ਗਏ ਔਰ ਫਿਰ ਆਪਣੀ ਤਾਕਤ ਬਣਾਉਣ ਲੱਗ ਪਏ। ਔਰ ਫਿਰ ਜਿਹੜਾ ਨਾ ਉਹਨਾਂ ਨੇ ਜਿਸਲੇ ਤਾਕਤ ਘਰ ਵਿੱਚ ਆ ਗਏ ਅਤੇ ਫਿਰ ਮੁਸਲਮਾਨਾਂ ਨੂੰ ਜਿਹੜਾ ਉਹਨਾਂ ਨੇ ਦਾ ਪੂਰਾ ਬਦਲਾ ਲੈ ਲਿਆ। ਤਾਂ ਪਹਿਲੇ ਆਪਣੇ ਆਪ ਤੋਂ ਦਫਾ ਦਾ ਕਰਨਾ ਚਾਹੀਦਾ ਸੀ। ਆਪਣੇ ਆਪ ਨੂੰ ਪਹਿਲੇ ਇਹ ਸੋਚਣਾ ਚਾਹੀਦਾ ਸੀ ਕਿ ਅਸੀਂ ਕਿਆ, ਜਿਸਲੇ ਇਸਰਾਈਲ ਜਿਹੜਾ ਸਾਨੂੰ ਵਾਪਸੀ ਮਾਰੇਗਾ, ਉਹਨੇ ਤਾਂ ਮਾਰੇ ਬਗੈਰ ਰਹਿਣਾ ਨਹੀਂ। ਅਤੇ ਜਿਸਲੇ ਉਹਨੇ ਸਾਡੇ 'ਤੇ ਚਤਰੋਲ ਸ਼ੁਰੂ ਕੀਤੀ ਅਤੇ ਸਾਡੇ ਕੋਲ ਦਫਾ ਕੀ ਹੈ, ਇਹ ਇਹਨਾਂ ਨੇ ਸੋਚਿਆ ਹੀ ਨਹੀਂ। ਇਹਨਾਂ ਨੇ ਜਿਹੜਾ ਨਾ ਚੀਚਕ ਦੇ ਜਿਹੜੇ ਜਰਾਸੀਮ ਨੇ ਉਹਨਾਂ ਦੀ ਤਰ੍ਹਾਂ ਇਹਨਾਂ ਨੂੰ ਹਮਲਾ ਕਰ ਦਿੱਤਾ ਅਤੇ ਆਪਣਾ ਦਫਾ ਕੋਈ ਨਹੀਂ, ਕੋਈ ਸਟ੍ਰੈਟਜੀ ਨਹੀਂ। ਹੋਰ ਅਤੇ ਹੋਰ ਇਹਨਾਂ ਨੇ ਜਿਹੜਾ ਵੈਸਟ ਬੈਂਕ ਵਾਲੇ ਉਹਨਾਂ ਨੂੰ ਵੀ ਆਪਣੇ ਇਤਮਾਦ ਵਿੱਚ ਨਹੀਂ ਲਿਆ। ਦੂਸਰੇ ਮੁਲਕਾਂ ਜਿਹੜੇ ਮੁਸਲਾਮੀ ਮੁਲਕ ਨੇ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਤੋਂ ਦੂਰ ਦੀ ਗੱਲ ਹੈ। ਉਹਨਾਂ ਨੇ ਵੈਸਟ ਬੈਂਕ ਦੇ ਜਿਹੜੇ ਫਲਸਤੀਨੀ ਸਨ, ਮਹਿਮੂਦ ਅਬਾਸ ਜਿਨ੍ਹਾਂ ਦਾ ਸਦਰ ਹੈ, ਉਹਨਾਂ ਨੂੰ ਵੀ ਕਾਨਫੀਡੈਂਸ ਵਿੱਚ ਨਹੀਂ ਲਿਆ। ਅਤੇ ਫਿਰ ਜਿਹੜਾ ਹਾਲ ਹੋਇਆ, ਜਿਹੜਾ ਹਸ਼ਰ ਹੋਇਆ, ਹੁਣ ਜਿਹੜਾ ਨਾ ਉਹ ਸਾਰਾ ਕੁਛ ਆਪਣਾ ਤਬਾਹ ਕਰਕੇ ਅਤੇ ਹੁਣ ਜਿਹੜਾ ਉਹ ਇਸਰਾਈਲ ਦਾ ਮੁਆਹਦਾ ਜਿਹੜਾ ਟਰੰਪ ਕਰਾ ਰਿਹਾ ਉਹਦੇ ਦਸਤਖਤ ਕਰਨ ਜਾ ਰਹੇ ਨੇ। ਕੈਸੀ ਜਾਹਿਲਾਨਾ ਗੱਲ ਕੀਤੀ ਹੈ। ਲੇਕਿਨ ਇਸ ਤੋਂ ਪਹਿਲੇ ਵੀ ਜਮਾਤ ਅਹਿਮਦੀਆ ਇਹਨਾਂ ਨੂੰ ਸਮਝਾਉਂਦੀ ਰਹੀ ਹੈ ਕਿ ਇਹ ਕੰਮ ਕਰਨਾ ਜੇ ਅਤੇ ਇਹ ਕੰਮ ਨਾ ਕਰੋ। ਇਹਦੇ ਬਾਰੇ 'ਚ ਮੈਂ ਇੱਕ ਪੂਰੀ ਵੀਡੀਓ ਜਿਹੜੀ ਹੈ ਨਾ ਉਹ ਫਿਰ ਬਣਾਵਾਂਗਾ। ਲੇਕਿਨ ਇਸ ਵੇਲੇ ਤੱਕ ਮੈਂ ਤੁਹਾਨੂੰ ਸਿਰਫ ਇੰਨਾ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਦੱਸਿਆ ਵੀ ਗਿਆ ਸੀ ਕਿ ਇਹ ਤੁਹਾਡੇ ਨਾਲ ਅਸਰ ਹੋ ਸਕਦਾ ਹੈ, ਪਰ ਇਹਨਾਂ ਨੇ ਕੋਈ ਅਮਲ ਨਹੀਂ ਕੀਤਾ। ਔਰ ਹੁਣ ਐਵੇਂ ਕਿ ਬਿਲਕੁਲ ਬਿਗੀ ਬਿੱਲੀ ਦੀ ਤਰ੍ਹਾਂ ਆਪਣਾ ਸਾਰਾ ਕੁਛ ਹੱਥ ਪੈਰ ਕਟਵਾ ਕੇ ਅਤੇ ਹੁਣ ਜਿਹੜਾ ਨਾ ਮੁਆਹਦੇ ਉੱਤੇ ਰਾਜ਼ੀ ਹੋਣਾ ਚਾਹੁੰਦੇ ਨੇ। ਇਹ ਹਾਲ ਜੇ ਮੁਸਲਮਾਨਾਂ ਦਾ ਅੱਜ ਕੱਲ੍ਹ। ਔਰ ਸਿਰਫ ਇਹ ਜਿਹੜੇ ਨੇ ਗਜ਼ਾ ਦੀ ਪੱਟੀ ਵਾਲੇ ਮੁਸਲਮਾਨ ਨਹੀਂ, ਸਾਰੀ ਦੁਨੀਆ ਦੇ ਮੁਸਲਮਾਨਾਂ ਦਾ ਇਹੋ ਹੀ ਹਾਲ ਹੈ। ਅੱਲਾਹ ਤਾਲਾ ਇਹਨਾਂ ਨੂੰ ਰਹਿਮ ਕਰੇ ਔਰ ਇਹਨਾਂ 'ਤੇ ਫਜ਼ਲ ਕਰੇ।
ਇਹ ਜਿਹੜੀ ਗੱਲਾਂ ਨੇ ਇਹ ਮੇਰੀ ਆਪਣੇ ਦਿਲ ਦੀਆਂ ਗੱਲਾਂ ਨੇ। ਗੋ ਕਿ ਮੈਂ ਜਮਾਤ ਅਹਿਮਦੀਆ ਦਾ ਇੱਕ ਮੈਂਬਰ ਹਾਂ, ਲੇਕਿਨ ਨਾ ਮੈਂ ਕੋਈ ਮੁਰੱਬੀ ਹਾਂ ਅਤੇ ਨਾ ਹੀ ਜਮਾਤ ਨੇ ਮੈਨੂੰ ਕੋਈ ਕਿਹਾ ਹੈ ਕਿ ਇਹਦੇ ਵਾਸਤੇ ਬੋਲ। ਅਤੇ ਇਸ ਵਾਸਤੇ ਜੋ ਕੁਛ ਵੀ ਮੈਂ ਕਹਿੰਦਾ ਉਹਦੀ ਜ਼ਿੰਮੇਦਾਰ ਮੈਂ ਆਪੋ ਹੀ ਹਾਂ। ਇਸ ਵਾਸਤੇ ਇਹ ਜਮਾਤ ਅਹਿਮਦੀਆ ਦਾ ਮੌਕਫ ਨਾ ਸਮਝ ਲੈਣਾ। ਅਤੇ ਮੈਂ ਇੱਥੇ ਹੀ ਜਿਹੜਾ ਤੁਹਾਡੇ ਕੋਲੋਂ ਇਜਾਜ਼ਤ ਮੰਗਣਾ ਅਤੇ ਰੱਬ ਰਾਖਾ ਅਤੇ ਅਸਲਾਮ ਅਲੈਕਮ।